ਪਹਿਲੀ ਵਾਰੀ ਉਹਦੇ ਮਾਂ ਦੇ ਦਰਸ਼ਨ ਕੀਤੇ ਸੀ ਤੇ ਮੇਰੀ ਮਾਂ ਨੇ ਮੈਨੂੰ ਮਿਲੀ ਸੀ। ਮੇਰੀ ਮਾਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ। ਬੜੇ ਹੀ ਵੀਰਾਂ ਦੇ ਸਾਰਿਆਂ ਦੇ ਇਹ ਕੁਐਸਚਨ ਸੀਗੇ ਉਹਨਾਂ ਦੇ ਮਨ ਦੇ ਵਿੱਚ ਕਿ ਇਹ ਇਹੋ ਜਿਹਾ ਕੀ ਕਾਰਨ ਹੋ ਸਕਦਾ ਕਿ ਇੱਕ ਪੁੱਤ ਜਿਹੜਾ ਆ ਉਹ ਆਪਣੀ ਮਾਂ ਨੂੰ ਮਿਲ ਨਹੀਂ ਸਕਿਆ ਤੇ ਮਾਂ ਜਿਹੜੀ ਉਹ ਤਰਸਦੀ ਰਹੀ। ਬਹੁਤ ਹੀ ਲੰਬੀ ਤੇ ਇੱਕ ਦੁੱਖ ਭਰੀ ਕਹਾਣੀ ਹੈ, ਦਾਸਤਾਨ ਹੈ ਮੇਰੀ ਜ਼ਿੰਦਗੀ ਦੀ। ਤੇ ਜਿਹੜੇ ਦੁੱਖ ਮੇਰੀ ਮਾਂ ਨੇ ਹੰਢਾਏ ਨੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਕਹਾਣੀ ਦਰਅਸਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੇਰਾ ਜਨਮ ਹੋਇਆ। ਦਾਦਾ ਜੀ ਜਿਹੜੇ ਸਨ ਉਹ ਹਰਿਆਣਾ ਪੁਲਿਸ ਦੇ ਵਿੱਚ ਸਨ, ਉੱਥੇ ਜੌਬ ਕਰਦੇ ਤੇ ਉੱਥੇ ਹੀ ਮੇਰੇ ਮੰਮੀ ਡੈਡੀ ਦੀ ਮੈਰਿਜ ਹੁੰਦੀ ਆ। ਮੈਰਿਜ ਹੋਣ ਤੋਂ ਬਾਅਦ ਜਦੋਂ ਮੈਂ ਪੈਦਾ ਹੁੰਨਾ ਤੇ ਮੈਂ 6 ਮਹੀਨਿਆਂ ਦਾ ਸੀ ਉਦੋਂ, ਤੇ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਜਾਂਦਾ। ਯਾਨੀ ਕਿ ਮੈਂ ਤੇ ਉਦੋਂ ਬੱਚਾ ਸੀ, ਮੈਨੂੰ ਉਸ ਚੀਜ਼ ਦਾ ਕੋਈ ਨੌਲੇਜ ਨਹੀਂ ਸੀ। ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਮੇਰੀ ਮਾਂ ਆ ਉਹਨੇ ਮੈਨੂੰ 1 ਸਾਲ ਤੱਕ ਆਪਣਾ ਦੁੱਧ ਵੀ ਪਿਆਇਆ। ਜੋ ਸਮਾਜ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਮੇਰੇ ਨਾਨਕਿਆਂ ਨਾਲ ਜਾਂ ਮੇਰੇ ਦਾਦਕਿਆਂ ਦੇ ਵਿੱਚ ਉਹ ਕੀ ਮਤਲਬ ਸਮਝੌਤਾ ਹੋਇਆ ਜਾਂ ਉਹਨਾਂ ਦਾ ਆਪਸ 'ਚ ਨਹੀਂ ਬਣੀ, ਜੋ ਵੀ ਆ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ। ਜਗਜੀਤ ਓਏ ਮਾਤਾ ਕੋਲੀਆਂ ਰੋਵਣਾ ਕੋਲੀਆਂ। ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਆ ਮੈਨੂੰ ਛੱਡਣਾ ਨਹੀਂ ਸੀ ਚਾਹੁੰਦੀ, ਪਰ ਕਿਸੇ ਰਿਸ਼ਤੇਦਾਰਾਂ ਦੇ ਕਰਕੇ ਜਾਂ ਜੋ ਵੀ ਪਤਾ ਨਹੀਂ ਕੀ ਹੋਇਆ, ਉਹ ਮੇਰੀ ਮਾਂ ਨੂੰ ਪਤਾ ਵਾ, ਉਹ ਸਹਿੰਦੀ ਆ, ਪਰ ਮੈਂ ਉਹਨੂੰ ਪੁੱਛ ਕੇ ਉਹਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਉਸ ਤੋਂ ਬਾਅਦ ਮੈਂ ਆਪਣੀ ਮਾਂ ਨਾਲੋਂ ਵਿਛੜ ਗਿਆ। ਮੇਰੀ ਮਾਂ ਨੂੰ ਮੇਰੇ ਨਾਨਕੇ ਜਿਹੜੇ ਉਹ ਲੈ ਗਏ ਸੀ ਤੇ ਉਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੇਰੇ ਦਾਦੀ ਦਾਦੇ ਨੇ ਮੈਨੂੰ ਫਿਰ ਪਾਲਣਾ ਸ਼ੁਰੂ ਕੀਤਾ। ਤੇ ਜਦੋਂ ਮੈਂ 10th ਤੱਕ ਪੜ੍ਹਦਾ ਰਿਹਾ ਤੇ ਮੈਨੂੰ ਇਹੀ ਸੀ ਕਿ ਮੇਰੇ ਜਿਹੜੇ ਦਾਦੀ ਦਾਦਾ ਨੇ ਉਹ ਮੇਰੇ ਮਾਂ-ਪਿਓ ਹਨ, ਕਿਉਂਕਿ ਮੈਨੂੰ ਦਾਦਾ ਦਾਦੀ ਨੇ ਬਹੁਤ ਪਿਆਰ ਨਾਲ ਪਾਲਿਆ, ਵੱਡਾ ਕੀਤਾ। ਜਦੋਂ ਮੈਂ ਦਾਦੀ ਦੀ ਮੌਤ ਤੋਂ ਬਾਅਦ ਆਪਣੇ ਘਰ 'ਚ ਸਾਰਾ ਦੇਖ ਰੇਖ ਕਰਨੀ ਸ਼ੁਰੂ ਕੀਤੀ, ਸਾਫ਼ ਸਫਾਈ, ਤੇ ਮੈਨੂੰ ਆਪਣੇ ਮਾਂ-ਪਿਓ ਦੀਆਂ ਐਲਬਮਸ ਲੱਭੀਆਂ ਵਿਆਹ ਦੀਆਂ। ਤਾਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀਆਂ ਨੇ, ਤਾਂ ਉਹਨਾਂ ਨੇ ਮੈਨੂੰ ਗੱਲ 'ਚ ਲੈ ਕੇ ਤੇ ਇਹ ਕਿਹਾ ਕਿ ਇਹ ਤੇਰੇ ਮੰਮੀ ਡੈਡੀ ਸੀ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਤੇ ਅਸੀਂ ਤੈਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਤੇਰੇ ਮੰਮੀ ਡੈਡੀ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਆ ਤੇ ਆਪਾਂ ਤੇਰੀ ਪਾਲਣ ਪੋਸ਼ਣ ਕੀਤਾ ਆ, ਤੇ ਤੇਰੀ ਮੰਮੀ ਡੈਡੀ ਦੀ ਦੋਨਾਂ ਦੀ ਡੈਥ ਹੋ ਚੁੱਕੀ ਸੀ। ਮੈਨੂੰ ਉਹਨਾਂ ਨੇ ਇਹ ਕਿਹਾ, ਮੇਰੇ ਰਿਸ਼ਤੇਦਾਰਾਂ ਨੇ ਵੀ, ਮੇਰੀਆਂ ਭੂਆ ਨੇ ਵੀ, ਜਦੋਂ ਮੈਂ ਬੱਚਾ ਸੀਗਾ, ਕਿ ਇਹਨੂੰ ਕਿਸੇ ਚੀਜ਼ ਦੀ ਕੋਈ ਮਤਲਬ ਇਹ ਹਰਟ ਨਾ ਹੋਵੇ ਕਿਸੇ ਚੀਜ਼ ਕਰਕੇ। ਥੋੜੇ ਦਿਨ ਹੋਰ ਬੀਤੇ, ਮੈਂ ਯੰਗ ਹੋਇਆ, ਮੇਰੀ ਮੈਰਿਜ ਹੋਈ। ਉਸ ਤੋਂ ਬਾਅਦ ਦਾਦਾ ਜੀ ਵੀ ਮੇਰਾ ਸਾਥ ਛੱਡ ਕੇ ਉਹ ਵੀ ਚੱਲ ਵਸੇ। ਮੇਰੇ ਤਾਇਆ ਜੀ ਆ ਇੱਕ, ਮੈਨੂੰ ਬੜਾ ਪਿਆਰ ਕਰਦੇ ਤੇ ਉਹ ਸ਼ਾਇਦ ਉੱਥੇ ਮੇਰੇ ਮੰਮੀ ਡੈਡੀ ਦੇ ਵਿਆਹ ਤੇ ਵੀ ਗਏ ਸੀ, ਤੇ ਮੇਰੀਆਂ ਭੂਆ ਨੇ ਵੀ ਕੁਝ ਮੈਨੂੰ ਦੱਸਿਆ ਕਿ ਨਹੀਂ, ਤੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੀ ਡੈਥ ਹੋਈ ਸੀ ਤੇ ਤੇਰੀ ਮਾਂ ਜਿਹੜੀ ਅਜੇ ਵੀ ਹੈ ਇਸ ਦੁਨੀਆ ਦੇ ਵਿੱਚ ਕਿਤੇ। ਤਾਂ ਇਹ ਕਾਰਨ ਸੀ ਕਿ ਮੇਰੀ ਮਾਂ ਵੀ ਮੇਰੇ ਤੱਕ ਨਹੀਂ ਪਹੁੰਚ ਸਕੀ, ਕਿਉਂਕਿ ਉਹਨਾਂ ਨੂੰ ਹਰਿਆਣੇ ਦਾ ਪਤਾ ਸੀ। ਉਸ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਲੱਭਣਾ ਸ਼ੁਰੂ ਕੀਤਾ, ਬੜੇ ਜਾਣੇ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਯਾਰ ਮੈਂ ਹਰ ਵੇਲੇ ਰੋਂਦਾ ਸੀ, ਕਿਉਂਕਿ ਮੇਰੇ ਮਨ ਦੇ ਵਿੱਚ ਨਫ਼ਰਤ ਸੀ ਕਿ ਯਾਰ ਮੇਰੀ ਮਾਂ ਮੈਨੂੰ ਕਿਉਂ ਛੱਡ ਕੇ ਗਈ ਆ, ਮੈਂ ਇੰਨਾ ਮਾੜਾ ਹਾਂ ਕਿ ਮੇਰੀ ਮਾਂ ਮੈਨੂੰ ਛੱਡ ਗਈ। ਸਾਰੇ ਰਿਸ਼ਤਿਆਂ ਤੋਂ ਮੇਰਾ ਜਿਹੜਾ ਵਿਸ਼ਵਾਸ ਜਿਹੜਾ ਟੁੱਟ ਗਿਆ ਸੀ, ਕਿਉਂਕਿ ਮੇਰਾ ਰਿਸ਼ਤਾ ਕੋਈ ਵੀ ਸਥਿਰ ਨਹੀਂ ਰਿਹਾ ਐਂਡ ਤੱਕ। ਪਟਿਆਲਾ ਜ਼ਿਲ੍ਹਾ ਆ, ਉੱਥੇ ਮੈਂ ਖਾਲਸਾ ਏਡ ਵੱਲੋਂ ਆਪਣੀ ਸੁਸਾਇਟੀ ਵੱਲੋਂ ਜਿਹੜਾ ਫਲੱਡ ਆਇਆ ਸੀ, ਉਸ ਏਰੀਆ ਦੇ ਵਿੱਚ ਆਪਾਂ ਸੇਵਾ ਨਿਭਾ ਰਹੇ ਸਾਂ। ਤਾਂ ਅਚਾਨਕ ਮੇਰੀ ਭੂਆ ਦਾ ਮੈਨੂੰ ਫੋਨ ਆਉਂਦਾ, ਉਹ ਕਹਿੰਦੇ ਕਿ ਕਿੱਥੇ ਆ ਬੇਟਾ? ਮੈਂ ਕਿਹਾ ਮੈਂ ਪਟਿਆਲੇ ਜ਼ਿਲ੍ਹੇ 'ਚ ਸੇਵਾ ਕਰ ਰਿਹਾ। ਵੈਸੇ ਨਾਰਮਲ ਉਹਨਾਂ ਨੇ ਮੈਨੂੰ ਕਿਹਾ, ਤਾਂ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਕਿ ਬੇਟਾ ਤੇਰੇ ਜਿਹੜੇ ਨਾਨਕੇ ਸੀ ਨਾ ਉਹ ਸ਼ਾਇਦ ਪਟਿਆਲੇ ਜ਼ਿਲ੍ਹੇ ਸੀ ਕਿਤੇ। ਤਾਂ ਮੈਨੂੰ ਉਸੇ ਟਾਈਮ ਮੇਰੇ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੈਂ ਕਿਹਾ ਪਲੀਜ਼ ਮੈਨੂੰ ਦੱਸੋ ਕਿ ਕਿਹੜਾ ਪਿੰਡ ਸੀ। ਤਾਂ ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ ਕੇ ਬੋਧਪੁਰ, ਉਹਨਾਂ ਨੂੰ ਕਨਫਰਮ ਸਾਰਾ ਨਹੀਂ ਸੀ ਹੈਗਾ। ਤਾਂ ਮੇਰੇ ਤਾਇਆ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਹੋਰ ਕੁਝ ਨਹੀਂ ਪਤਾ, ਮੈਨੂੰ ਸਿਰਫ ਇੰਨਾ ਪਤਾ ਆ ਤੇਰੇ ਡੈਡੀ ਦੇ ਵਿਆਹ ਤੇ ਮੈਂ ਵੇਖਿਆ ਸੀ
ਕਿ ਤੇਰੇ ਨਾਨਾ ਜੀ ਨੂੰ ਪੈਰਾਲਾਈਜ਼ ਦੇ ਅਟੈਕ ਹੋਣ ਕਰਕੇ ਉਹਨਾਂ ਦਾ ਮੂੰਹ ਜਿਹੜਾ ਸੀ ਉਹ ਥੋੜਾ ਵਿੰਗਾ ਹੋ ਚੁੱਕਾ ਸੀ ਬਿਮਾਰੀ ਨਾਲ। ਤਾਂ ਉਹਨਾਂ ਨੇ ਸਿਰਫ ਮੇਰੇ ਨਾਨਾ ਜੀ ਦਾ ਨਾਮ ਲਿਆ ਕਿ ਉਹਨਾਂ ਦਾ ਨਾਮ ਪ੍ਰੀਤਮ ਸਿੰਘ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀਆਂ ਕਿੰਨੇ ਬੱਚੇ ਸੀਗੇ, ਤਾਂ ਉਹਨਾਂ ਨੇ ਦੱਸਿਆ ਕਿ 4 ਕੁੜੀਆਂ ਔਰ 1 ਮੁੰਡਾ ਸੀ। ਕਿਸੇ ਬੇਟੀ ਨੂੰ ਉਹਨਾਂ ਨੇ ਵਾਪਸ ਲਿਆਂਦਾ ਹੋਵੇ ਮੈਰਿਜ ਤੋਂ ਬਾਅਦ, ਤਾਂ ਉਹਨਾਂ ਨੇ ਦੱਸਿਆ ਸ਼ਾਇਦ 1 ਹੈ ਸੀ। ਤਾਂ ਮੈਨੂੰ ਥੋੜੀ ਆਸ ਵੱਜੀ ਕਿ ਸ਼ਾਇਦ ਮੈਂ ਸਹੀ ਟਿਕਾਣੇ ਪਹੁੰਚ ਗਿਆ। ਤਾਂ ਮੈਂ ਆਪਣੀ ਨਾਨੀ ਦੇ ਘਰ ਜਦੋਂ ਪਹੁੰਚਿਆ, ਨਾਨੀ ਬਾਹਰ ਆਈ, ਮੈਂ ਸਤਿ ਸ਼੍ਰੀ ਅਕਾਲ ਪੈਰਾ ਪਾਉਣਾ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਤੁਹਾਨੂੰ ਮੈਂ ਮਿਲਣਾ 10 ਮਿੰਟ। ਆਪਾਂ ਉਹਨਾਂ ਦੇ ਅੰਦਰ ਗਏ, ਬੈਠੇ ਤੇ ਮੇਰੀ ਨਾਨੀ ਪਾਣੀ ਦਾ ਗਲਾਸ ਲੈ ਕੇ ਆਈ ਤੇ ਮੈਨੂੰ ਕਹਿੰਦੀ ਕਿ ਤੈਨੂੰ ਮੈਂ ਵੇਖਿਆ ਲੱਗਦਾ ਕਿਤੇ। ਤੇ ਮੇਰੀਆਂ ਅੱਖਾਂ ਉਦੋਂ ਭਰ ਗਈਆਂ ਕਿ ਸ਼ਾਇਦ ਮੇਰੀ ਇਹੋ ਨਾਨੀ ਆ। ਪਹਿਲਾਂ ਤੇ ਉਹ ਥੋੜਾ ਘਬਰਾ ਗਏ ਕਿ ਇਹ ਸ਼ਾਇਦ ਮੈਨੂੰ ਕਿਉਂ ਪੁੱਛਦੇ ਪਏ ਆ, ਥੋੜਾ ਗੁੱਸੇ 'ਚ ਵੀ ਆਏ। ਤਾਂ ਫਿਰ ਹਾਰ ਕੇ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਮੇਰੀ ਬੇਟੀ ਸੀ। ਤਾਂ ਜਦੋਂ ਉਹਨਾਂ ਨੇ ਦੱਸਿਆ ਕਿ ਉਹਦਾ ਨਾਮ ਸੋਨੂ ਸੀ, ਤਾਂ ਮੈਂ ਉੱਠ ਕੇ ਉਸੇ ਟਾਈਮ ਖੜਾ ਹੋਇਆ। ਮੈਂ ਕਿਹਾ ਉਹ ਬਦਨਸੀਬ ਸੋਨੂ ਤੇਰੇ ਸਾਹਮਣੇ ਖੜਾ ਆ। ਤਾਂ ਉਹ ਨਾਨੀ ਦੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ ਬਹੁਤ ਜ਼ਿਆਦਾ। ਇੱਕ ਮਾਮਾ ਜੀ ਆ, ਉਹ ਇੰਗਲੈਂਡ ਦੇ ਵਿੱਚ ਆ, ਜਿਨ੍ਹਾਂ ਨੂੰ ਮੈਂ ਸਾਰੀ ਉਮਰ ਮਿਸ ਕਰਦਾ ਕਿ ਸ਼ਾਇਦ ਮੇਰਾ ਵੀ ਕੋਈ ਮਾਮਾ ਸੀ। ਤੇ ਉਹਨਾਂ ਦੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਦੱਸੀ। ਫਿਰ ਉਹਨਾਂ ਨੇ ਕਿਹਾ ਸੀ ਤੇਰੀ ਮੰਮੀ ਨੂੰ ਮਿਲਾਉਣਾ ਆ, ਬਟ ਮੈਂ ਕਿਹਾ ਵੀ ਮੈਂ ਫੋਨ ਤੇ ਨਹੀਂ ਮਿਲ ਸਕਦਾ ਆਪਣੀ ਮਾਂ ਦੇ, ਇਦਾਂ ਦਰਸ਼ਨ ਨਹੀਂ ਕਰਨੇ। ਮੈਂ ਆਪਣੇ ਪਰਿਵਾਰ ਦੇ ਨਾਲ, ਆਪਣੇ ਮਿੱਤਰਾਂ ਦੇ ਨਾਲ ਆਵਾਂਗਾ ਦੁਬਾਰਾ। ਅਗਲੇ ਦਿਨ ਮੈਂ ਆਪਣੇ ਦੋਸਤਾਂ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਮਾਂ ਨੂੰ ਮਿਲਣ ਗਿਆ ਸੀਗਾ। ਉਦੋਂ ਤੱਕ ਮੇਰੀ ਮਾਂ ਨੂੰ ਦੱਸਿਆ ਨਹੀਂ ਸੀ ਗਿਆ ਕਿ ਤੇਰਾ ਪੁੱਤ ਤੈਨੂੰ ਮਿਲਣ ਆ ਰਿਹਾ ਸੀ। ਮੇਰੀ ਮਾਂ ਦੀ ਲੱਤ ਟੁੱਟੀ ਹੈ, ਉਹ ਤੁਰ ਨਹੀਂ ਸਕਦੀ ਵਾਕਰ ਨਾਲ, ਉਹਨੇ ਬੜੇ ਦੁੱਖ ਸਹੇ ਨੇ। ਮੈਨੂੰ ਗੁਰੂ ਸਾਹਿਬ ਨੇ ਬੜਾ ਕੁਝ ਬਖਸ਼ਿਸ਼ ਕੀਤਾ ਸੀਗਾ, ਪਰ ਅੱਜ ਮੈਨੂੰ ਮੇਰੀ ਮਾਂ 35 ਸਾਲਾਂ ਬਾਅਦ ਮਿਲੀ ਆ। ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰੇ ਕੋਲੋਂ ਮੇਰੀ ਮਾਂ ਦੀ ਜਿੰਨੀ ਸੇਵਾ ਹੋ ਸਕੇ ਉਹ ਕਰਵਾ ਦੀ। ਇਹ ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਮੇਰੀ ਲਾਈਫ ਦੀ ਬਹੁਤ ਇੱਕ ਦਰਦ ਭਰੀ ਸਟੋਰੀ ਸੀ। ਕਦੇ ਵੀ ਕਿਸੇ ਮਾਂ ਦਾ ਵਿਛੋੜਾ ਆਪਣੇ ਪੁੱਤ ਨਾਲੋਂ ਮੇਰੇ ਜਿੰਨਾ ਨਾ ਪਵੇ, ਕਿਉਂਕਿ ਸਰਦਾਰ ਮੁਹੰਮਦ ਵੀ ਆਪਣੀ ਮਾਂ ਨੂੰ ਜਾ ਕੇ ਬਾਹਰ ਮਿਲ ਗਿਆ ਸੀਗਾ। ਬਹੁਤ 15 ਸਾਲਾਂ ਬਾਅਦ ਆਪਣੀ ਮਾਂ ਨੂੰ ਦੁਬਾਰਾ ਮਿਲ ਕੇ, ਪਰ ਮੇਰਾ ਤੇ ਮਹਾਰਾਜ ਨੇ ਬਨਵਾਸ ਵੀ ਡਬਲ ਕਰਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਮਨ 2-3 ਦਿਨ ਤੋਂ ਕਾਫੀ ਉਦਾਸ ਸੀ, ਕਿਉਂਕਿ ਜਿਹੜੀ ਜ਼ਿੰਦਗੀ ਸੀ ਉਹ ਇੱਕ ਫਿਲਮੀ ਰੂਪ ਲੈ ਚੁੱਕੀ ਸੀ ਪੂਰਾ। ਤੇ ਉਹ ਕਹਾਣੀ ਮੈਂ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਾਂਗਾ, ਪਰ ਅੱਜ ਮੈਂ ਇਹਨਾਂ ਦੱਸਣ ਲੱਗਾ ਕਿ ਮੈਂ ਆਪਣੀ ਅੱਜ ਮਾਂ ਨੂੰ ਤਕਰੀਬਨ 34 ਸਾਲਾਂ ਬਾਅਦ ਪਹਿਲੀ ਵਾਰੀ ਵੇਖਣ ਲੱਗਾ, ਤੇ ਉਹ ਅੱਜ ਮੈਨੂੰ ਪਹਿਲੀ ਵਾਰੀ ਵੇਖੂਗੀ। ਪਰ ਉਹ ਇਹੋ ਜਿਹੀ ਕੰਡੀਸ਼ਨ ਚ ਆ ਕਿ ਮੈਂ ਸ਼ਾਇਦ ਮੇਰੇ ਕੋਲ ਕੰਟਰੋਲ ਨਾ ਹੋਵੇ। ਤੇ ਅੱਜ ਮੈਂ ਆਪਣੀ ਮਾਂ ਨੂੰ ਮਿਲਣ ਚੱਲਿਆ। ਵੀਡੀਓ ਦੇਖੀ ਸੀ ਜਿਹਦੇ ਵਿੱਚ ਮੈਂ ਆਪਣੀ ਮਾਂ ਨੂੰ 35 ਸਾਲ ਬਾਅਦ ਪਹਿਲੀ ਵਾਰੀ ਉਹਦੇ ਮਾਂ ਦੇ ਦਰਸ਼ਨ ਕੀਤੇ ਸੀ, ਤੇ ਮੇਰੀ ਮਾਂ ਨੇ ਮੈਨੂੰ ਮਿਲੀ ਸੀ, ਮੇਰੀ ਮਾਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ। ਸੋ ਬੜੇ ਹੀ ਵੀਰਾਂ ਦੇ ਸਾਰਿਆਂ ਦੇ ਇਹ ਕੁਐਸਚਨ ਸੀਗੇ ਉਹਨਾਂ ਦੇ ਮਨ ਦੇ ਵਿੱਚ ਕਿ ਇਹ ਇਹੋ ਜਿਹਾ ਕੀ ਕਾਰਨ ਹੋ ਸਕਦਾ ਕਿ ਇੱਕ ਪੁੱਤ ਜਿਹੜਾ ਆ ਉਹ ਆਪਣੀ ਮਾਂ ਨੂੰ ਮਿਲ ਨਹੀਂ ਸਕਿਆ, ਤੇ ਮਾਂ ਜਿਹੜੀ ਉਹ ਤਰਸਦੀ ਰਹੀ। ਤੇ ਕਈਆਂ ਨੇ ਕਿਹਾ ਕਿ ਤੂੰ ਬਾਹਰ ਗਿਆ ਸੀ ਜਾਂ ਕਿਸ ਤਰ੍ਹਾਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਬਹੁਤ ਹੀ ਲੰਬੀ ਤੇ ਇੱਕ ਦੁੱਖ ਭਰੀ ਕਹਾਣੀ ਹੈ, ਦਾਸਤਾਨ ਹੈ ਮੇਰੀ ਜ਼ਿੰਦਗੀ ਦੀ। ਤੇ ਜਿਹੜੇ ਦੁੱਖ ਮੇਰੀ ਮਾਂ ਨੇ ਹੰਢਾਏ ਨੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਸੋ ਬਹੁਤ ਸਾਰੇ ਵੀਰਾਂ ਦੇ ਕਮੈਂਟ ਮੈਸੇਜ ਮੈਨੂੰ ਬਾਹਰੋਂ ਆ ਰਹੇ ਸੀ ਕਾਫੀ। ਕਹਾਣੀ ਦਰਅਸਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੇਰਾ ਜਨਮ ਹੋਇਆ ਹਰਿਆਣੇ ਦੇ ਵਿੱਚ, ਮਧੂਬਨ ਕਰਨਾਲ ਡਿਸਟ੍ਰਿਕਟ ਦੇ ਵਿੱਚ ਮੇਰਾ ਜਨਮ ਹੋਇਆ। ਕਿਉਂਕਿ ਮੇਰੇ ਦਾਦਾ ਜੀ ਜਿਹੜੇ ਸਨ ਉਹ ਹਰਿਆਣਾ ਪੁਲਿਸ ਦੇ ਵਿੱਚ ਸਨ, ਉੱਥੇ ਜੌਬ ਕਰਦੇ। ਤੇ ਉੱਥੇ ਹੀ ਮੇਰੇ ਮੰਮੀ ਡੈਡੀ ਦੀ ਮੈਰਿਜ ਹੁੰਦੀ ਆ। ਮੈਰਿਜ ਹੋਣ ਤੋਂ ਬਾਅਦ ਜਦੋਂ ਮੈਂ ਪੈਦਾ ਹੁੰਨਾ ਤੇ ਮੈਂ 6 ਮਹੀਨਿਆਂ ਦਾ ਸੀ ਉਦੋਂ, ਤੇ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਜਾਂਦਾ। ਐਕਸੀਡੈਂਟ ਹੋਣ ਤੋਂ ਬਾਅਦ ਯਾਨੀ ਕਿ ਮੈਂ ਤੇ ਉਦੋਂ ਬੱਚਾ ਸੀ, ਮੈਨੂੰ ਉਸ ਚੀਜ਼ ਦਾ ਕੋਈ ਨੌਲੇਜ ਨਹੀਂ ਸੀ। ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਮੇਰੀ ਮਾਂ ਆ ਉਹਨੇ ਮੈਨੂੰ 1 ਸਾਲ ਤੱਕ ਆਪਣਾ ਦੁੱਧ ਵੀ ਪਿਆਇਆ, ਉਹਨੇ ਦੱਸਿਆ ਅੱਜ ਮਿਲਣ ਤੋਂ ਬਾਅਦ। ਉਸ ਤੋਂ ਬਾਅਦ ਜੋ ਸਮਾਜ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਮੇਰੇ ਨਾਨਕਿਆਂ ਨਾਲ ਜਾਂ ਮੇਰੇ ਦਾਦਕਿਆਂ ਦੇ ਵਿੱਚ ਉਹ ਕੀ ਮਤਲਬ ਸਮਝੌਤਾ ਹੋਇਆ ਜਾਂ ਉਹਨਾਂ ਦਾ ਆਪਸ 'ਚ ਨਹੀਂ ਬਣੀ, ਜੋ ਵੀ ਆ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ, ਤੇ ਨਾ ਹੀ ਮੈਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੁੰਦਾ ਆ। ਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਆ ਮੈਨੂੰ ਛੱਡਣਾ ਨਹੀਂ ਸੀ ਚਾਹੁੰਦੀ, ਪਰ ਕਿਸੇ ਰਿਸ਼ਤੇਦਾਰਾਂ ਦੇ ਕਰਕੇ ਜਾਂ ਜੋ ਵੀ ਪਤਾ ਨਹੀਂ ਕੀ ਹੋਇਆ, ਉਹ ਮੇਰੀ ਮਾਂ ਨੂੰ ਪਤਾ ਵਾ, ਉਹ ਸਹਿੰਦੀ ਆ, ਪਰ ਮੈਂ ਉਹਨੂੰ ਪੁੱਛ ਕੇ ਉਹਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਉਸ ਤੋਂ ਬਾਅਦ ਮੈਂ ਆਪਣੀ ਮਾਂ ਨਾਲੋਂ ਵਿਛੜ ਗਿਆ। ਮੇਰੀ ਮਾਂ ਨੂੰ ਮੇਰੇ ਨਾਨਕੇ ਜਿਹੜੇ ਉਹ ਲੈ ਗਏ ਸੀ।
ਤੇ ਉਸ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਕਿਉਂਕਿ ਮੇਰੇ ਦਾਦੀ ਦਾਦੇ ਨੇ ਮੈਨੂੰ ਫਿਰ ਪਾਲਣਾ ਸ਼ੁਰੂ ਕੀਤਾ। ਤੇ ਜਦੋਂ ਮੈਂ 10th ਤੱਕ ਪੜ੍ਹਦਾ ਰਿਹਾ ਤੇ ਮੈਨੂੰ ਇਹੀ ਸੀ ਕਿ ਮੇਰੇ ਜਿਹੜੇ ਦਾਦੀ ਦਾਦਾ ਨੇ ਉਹ ਮੇਰੇ ਮਾਪਿਓ ਹਨ, ਕਿਉਂਕਿ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਤੇ ਨਾ ਹੀ ਮੇਰੇ ਰਿਸ਼ਤੇਦਾਰਾਂ ਨੇ ਕਦੀ ਕੋਸ਼ਿਸ਼ ਕੀਤੀ ਦੱਸਣ ਦੀ, ਕਿਉਂਕਿ ਮੈਨੂੰ ਦਾਦਾ ਦਾਦੀ ਨੇ ਬਹੁਤ ਪਿਆਰ ਨਾਲ ਪਾਲਿਆ ਵੱਡਾ ਕੀਤਾ। ਜਦੋਂ ਮੈਂ 10ਵੀਂ ਤੋਂ ਬਾਅਦ ਮੇਰੀ ਦਾਦੀ ਦੀ ਮੌਤ ਹੋ ਜਾਂਦੀ ਆ ਤਾਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਜਦੋਂ ਮੈਂ ਦਾਦੀ ਦੀ ਮੌਤ ਤੋਂ ਬਾਅਦ ਆਪਣੇ ਘਰ 'ਚ ਸਾਰਾ ਦੇਖ ਰੇਖ ਕਰਨੀ ਸ਼ੁਰੂ ਕੀਤੀ, ਸਾਫ਼ ਸਫਾਈ, ਤੇ ਮੈਨੂੰ ਆਪਣੇ ਮਾਪਿਓ ਦੀਆਂ ਐਲਬਮਸ ਲੱਭੀਆਂ ਵਿਆਹ ਦੀਆਂ। ਤਾਂ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀਆਂ ਨੇ, ਤਾਂ ਉਹਨਾਂ ਨੇ ਮੈਨੂੰ ਗੱਲ 'ਚ ਲੈ ਕੇ ਤੇ ਇਹ ਕਿਹਾ ਕਿ ਇਹ ਤੇਰੇ ਮੰਮੀ ਡੈਡੀ ਸੀ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ ਤੇ ਅਸੀਂ ਤੈਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਤੇਰੇ ਮੰਮੀ ਡੈਡੀ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਆ ਤੇ ਆਪਾਂ ਤੇਰੀ ਪਾਲਣ ਪੋਸ਼ਣ ਕੀਤਾ ਆ ਤੇ ਤੇਰੀ ਮੰਮੀ ਡੈਡੀ ਦੀ ਦੋਨਾਂ ਦੀ ਡੈਥ ਹੋ ਚੁੱਕੀ ਸੀ। ਮੈਨੂੰ ਉਹਨਾਂ ਨੇ ਇਹ ਕਿਹਾ, ਮੇਰੇ ਰਿਸ਼ਤੇਦਾਰਾਂ ਨੇ ਵੀ, ਮੇਰੀਆਂ ਭੂਆ ਨੇ ਵੀ, ਜਦੋਂ ਮੈਂ ਬੱਚਾ ਸੀਗਾ, ਕਿ ਇਹਨੂੰ ਕਿਸੇ ਚੀਜ਼ ਦੀ ਕੋਈ ਮਤਲਬ ਇਹ ਹਰਟ ਨਾ ਹੋਵੇ ਕਿਸੇ ਚੀਜ਼ ਕਰਕੇ। ਉਸ ਤੋਂ ਬਾਅਦ ਕਿ ਮੈਂ ਇਹ ਸੋਚਣ ਲੱਗ ਗਿਆ ਕਿ ਮੇਰੇ ਮੰਮੀ ਡੈਡੀ ਦੋਨਾਂ ਦੀ ਡੈਥ ਹੋ ਚੁੱਕੀ ਆ। ਥੋੜੇ ਦਿਨ ਹੋਰ ਬੀਤੇ, ਮੈਂ ਯੰਗ ਹੋਇਆ, ਮੇਰੀ ਮੈਰਿਜ ਹੋਈ। ਉਸ ਤੋਂ ਬਾਅਦ ਦਾਦਾ ਜੀ ਵੀ ਮੇਰਾ ਸਾਥ ਛੱਡ ਕੇ ਉਹ ਵੀ ਚੱਲ ਵਸੇ। ਦਾਦਾ ਜੀ ਦੇ ਜਾਣ ਤੋਂ ਬਾਅਦ ਮੈਨੂੰ ਕੁਝ ਕਲੂ ਮਿਲੇ ਮੇਰੇ ਰਿਸ਼ਤੇਦਾਰਾਂ ਕੋਲ। ਜਦੋਂ ਮੈਂ ਵੱਡਾ ਹੋ ਕੇ ਪੁੱਛਣ ਲੱਗਾ ਕਿ ਵਾਕਈ ਇਦਾਂ ਹੋਇਆ ਸੀ, ਕੀ ਹੋਇਆ ਸੀ, ਕੀ ਕਾਰਨ ਸੀ, ਤਾਂ ਫਿਰ ਮੈਨੂੰ ਮੇਰੇ ਤਾਇਆ ਜੀ ਆ ਇੱਕ ਮੈਨੂੰ ਬੜਾ ਪਿਆਰ ਕਰਦੇ ਨੇ, ਉਹ ਸ਼ਾਇਦ ਉੱਥੇ ਮੇਰੇ ਮੰਮੀ ਡੈਡੀ ਦੇ ਵਿਆਹ ਤੇ ਵੀ ਗਏ ਸੀ ਤੇ ਮੇਰੀਆਂ ਭੂਆ ਨੇ ਵੀ ਕੁਝ ਮੈਨੂੰ ਦੱਸਿਆ ਕਿ ਨਹੀਂ, ਤੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੀ ਡੈਥ ਹੋਈ ਸੀ ਤੇ ਤੇਰੀ ਮਾਂ ਜਿਹੜੀ ਅਜੇ ਵੀ ਹੈ ਇਸ ਦੁਨੀਆ ਦੇ ਵਿੱਚ ਕਿਤੇ। ਪਰ ਉਹਨਾਂ ਨੂੰ ਪਿੰਡ ਦਾ ਨਹੀਂ ਸੀ ਪਤਾ ਕੋਈ ਵੀ, ਕਿਉਂਕਿ ਜਦੋਂ ਮੈਰਿਜ ਹੋਈ ਉਹ ਹਰਿਆਣੇ ਦੇ ਵਿੱਚ ਸੀ ਤੇ ਰਿਟਾਇਰਮੈਂਟ ਹੋਣ ਤੋਂ ਬਾਅਦ ਮੈਂ ਇੱਥੇ ਪੰਜਾਬ ਕਾਦੀਆਂ ਦੇ ਵਿੱਚ ਆਪਾਂ ਆ ਕੇ ਵਸ ਗਏ ਮੇਰੇ ਦਾਦਾ ਜੀ। ਤਾਂ ਇਹ ਕਾਰਨ ਸੀ ਕਿ ਮੇਰੀ ਮਾਂ ਵੀ ਮੇਰੇ ਤੱਕ ਨਹੀਂ ਪਹੁੰਚ ਸਕੀ ਕਿਉਂਕਿ ਉਹਨਾਂ ਨੂੰ ਹਰਿਆਣੇ ਦਾ ਪਤਾ ਸੀ। ਉਸ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਲੱਭਣਾ ਸ਼ੁਰੂ ਕੀਤਾ, ਬੜੇ ਜਾਣੇ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਯਾਰ ਮੈਂ ਹਰ ਵੇਲੇ ਰੋਂਦਾ ਸੀ ਕਿਉਂਕਿ ਮੇਰੇ ਮਨ ਦੇ ਵਿੱਚ ਨਫ਼ਰਤ ਸੀ ਕਿ ਯਾਰ ਮੇਰੀ ਮਾਂ ਮੈਨੂੰ ਕਿਉਂ ਛੱਡ ਕੇ ਗਈ ਆ, ਮੈਂ ਇੰਨਾ ਮਾੜਾ ਹਾਂ ਕਿ ਮੇਰੀ ਮਾਂ ਮੈਨੂੰ ਛੱਡ ਗਈ। ਤੇ ਕਿਉਂਕਿ ਮੇਰੇ ਸਾਰੇ ਰਿਸ਼ਤਿਆਂ ਤੋਂ ਮੇਰਾ ਜਿਹੜਾ ਵਿਸ਼ਵਾਸ ਜਿਹੜਾ ਟੁੱਟ ਗਿਆ ਸੀ, ਕਿਉਂਕਿ ਮੇਰਾ ਰਿਸ਼ਤਾ ਕੋਈ ਵੀ ਸਥਿਰ ਨਹੀਂ ਰਿਹਾ ਐਂਡ ਤੱਕ। ਮੈਨੂੰ ਗੁਰੂ ਸਾਹਿਬ ਨੇ ਬੜਾ ਕੁਝ ਬਖਸ਼ਿਸ਼ ਕੀਤਾ ਸੀ ਪਰ ਜਿਹੜੇ ਰਿਸ਼ਤੇ ਸੀ ਉਹ ਨਹੀਂ। ਉਸ ਤੋਂ ਬਾਅਦ ਮੈਂ ਪਟਿਆਲਾ ਜ਼ਿਲ੍ਹਾ ਆ, ਉੱਥੇ ਮੈਂ ਖਾਲਸਾ ਏਡ ਵੱਲੋਂ ਆਪਣੀ ਸੁਸਾਇਟੀ ਵੱਲੋਂ ਜਿਹੜਾ ਫਲੱਡ ਆਇਆ ਸੀ ਉਸ ਏਰੀਆ ਦੇ ਵਿੱਚ ਆਪਾਂ ਸੇਵਾ ਨਿਭਾ ਰਹੇ ਸਾਂ। ਤਾਂ ਅਚਾਨਕ ਮੇਰੀ ਭੂਆ ਦਾ ਮੈਨੂੰ ਫੋਨ ਆਉਂਦਾ ਹੈ, ਉਹ ਕਹਿੰਦੇ ਕਿ ਕਿੱਥੇ ਆ ਬੇਟਾ। ਮੈਂ ਕਿਹਾ ਮੈਂ ਪਟਿਆਲੇ ਜ਼ਿਲ੍ਹੇ 'ਚ ਸੇਵਾ ਕਰ ਰਿਹਾ। ਵੈਸੇ ਨਾਰਮਲ ਉਹਨਾਂ ਨੇ ਮੈਨੂੰ ਕਿਹਾ। ਤਾਂ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਕਿ ਬੇਟਾ ਤੇਰੇ ਜਿਹੜੇ ਨਾਨਕੇ ਸੀ ਨਾ ਉਹ ਸ਼ਾਇਦ ਪਟਿਆਲੇ ਜ਼ਿਲ੍ਹੇ ਸੀ ਕਿਤੇ। ਤਾਂ ਮੈਨੂੰ ਉਸੇ ਟਾਈਮ ਮੇਰੇ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਮੈਂ ਕਿਹਾ ਪਲੀਜ਼ ਮੈਨੂੰ ਦੱਸੋ ਕਿ ਕਿਹੜਾ ਪਿੰਡ ਸੀ। ਤਾਂ ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ ਕੇ ਬੋਧਪੁਰ, ਉਹਨਾਂ ਨੂੰ ਕਨਫਰਮ ਸਾਰਾ ਨਹੀਂ ਸੀ ਹੈਗਾ। ਤਾਂ ਮੇਰੇ ਨਾਲ ਮੇਰੇ ਫਰੈਂਡ ਸੀ ਇੱਕ ਦੋ, ਤਾਂ ਉਹਨਾਂ ਨੇ ਕਿਹਾ ਕਿ ਬੋਹੜਪੁਰ ਪਿੰਡ ਦਾ ਸਾਨੂੰ ਪਤਾ ਆ। ਅਸੀਂ ਫਾਈਂਡ ਆਊਟ ਕੀਤਾ, ਉਸੇ ਟਾਈਮ ਉਹ ਮੇਰੇ ਨਾਲ ਆਪਾਂ ਪਿੰਡ ਪਹੁੰਚੇ ਪਟਿਆਲੇ ਦੇ ਵਿੱਚ ਲਾਗੇ ਬੋਹੜਪੁਰ ਪਿੰਡ ਆ ਇੱਕ। ਤਾਂ ਉਹ ਪਿੰਡ ਪਹੁੰਚ ਕੇ ਮੈਂ ਫਿਰ ਆਪਣੇ ਭੂਆ ਨੂੰ ਪੁੱਛਿਆ ਜਾਂ ਆਪਣੇ ਤਾਇਆ ਜੀ ਨੂੰ ਫੋਨ ਕੀਤਾ ਕਿ ਪਲੀਜ਼ ਮੈਂ ਆਪਣੇ ਨਾਨਕਿਆਂ ਦੇ ਪਿੰਡ ਪਹੁੰਚ ਚੁੱਕਾ ਆ, ਤਾਂ ਕਿਰਪਾ ਕਰਕੇ ਕੋਈ ਮੈਨੂੰ ਦੱਸ ਸਕਦਾ, ਕੋਈ ਮਾੜਾ ਮੋਟਾ ਕਲੂ ਦੇ ਸਕਦਾ ਕਿ ਮੇਰੇ ਨਾਨਾ ਜੀ ਦਾ ਨਾਮ ਜਾਂ ਕੁਛ ਇਦਾਂ ਦਾ ਕੁਝ ਪਤਾ ਹੋਵੇ ਤੁਹਾਨੂੰ। ਤਾਂ ਮੇਰੇ ਤਾਇਆ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਹੋਰ ਕੁਝ ਨਹੀਂ ਪਤਾ, ਮੈਨੂੰ ਸਿਰਫ ਇੰਨਾ ਪਤਾ ਆ ਤੇਰੇ ਡੈਡੀ ਦੇ ਵਿਆਹ ਤੇ ਮੈਂ ਵੇਖਿਆ ਸੀ ਕਿ ਤੇਰੇ ਨਾਨਾ ਜੀ ਨੂੰ ਪੈਰਾਲਾਈਜ਼ ਦੇ ਅਟੈਕ ਹੋਣ ਕਰਕੇ ਉਹਨਾਂ ਦਾ ਮੂੰਹ ਜਿਹੜਾ ਸੀ ਉਹ ਥੋੜਾ ਵਿੰਗਾ ਹੋ ਚੁੱਕਾ ਸੀ ਬਿਮਾਰੀ ਨਾਲ। ਤਾਂ ਦੈਨ ਮੈਨੂੰ ਇਹ ਪਤਾ ਲੱਗਾ, ਆਪਾਂ ਪਿੰਡ ਦੇ ਬਜ਼ੁਰਗ ਕੋਲੋਂ ਪੁੱਛਿਆ ਤੇ ਉਹਨਾਂ ਨੇ ਸਿਰਫ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਬਜ਼ੁਰਗ ਜਿਨ੍ਹਾਂ ਦਾ ਮੂੰਹ ਬਿਮਾਰੀ ਨਾਲ ਵਿੰਗਾ ਹੋਇਆ ਹੋਵੇ ਐਟਲੀਸਟ 10 ਈਅਰ ਤੋਂ ਜਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ। ਤਾਂ ਉਹਨਾਂ ਨੇ ਸਿਰਫ ਮੇਰੇ ਨਾਨਾ ਜੀ ਦਾ ਨਾਮ ਲਿਆ ਕਿ ਉਹਨਾਂ ਦਾ ਨਾਮ ਪ੍ਰੀਤਮ ਸਿੰਘ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀਆਂ ਕਿੰਨੇ ਬੱਚੇ ਸੀਗੇ। ਤਾਂ ਉਹਨਾਂ ਨੇ ਦੱਸਿਆ ਕਿ 4 ਕੁੜੀਆਂ ਔਰ 1 ਮੁੰਡਾ ਸੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਿਸੇ ਬੇਟੀ ਨੂੰ ਉਹਨਾਂ ਨੇ ਵਾਪਸ ਲਿਆਂਦਾ ਹੋਵੇ ਮੈਰਿਜ ਤੋਂ ਬਾਅਦ। ਤਾਂ ਉਹਨਾਂ ਨੇ ਦੱਸਿਆ ਸ਼ਾਇਦ 1 ਹੈ ਸੀ। ਤਾਂ ਮੈਨੂੰ ਥੋੜੀ ਆਸ ਵੱਜੀ ਕਿ ਸ਼ਾਇਦ ਮੈਂ ਸਹੀ ਟਿਕਾਣੇ ਪਹੁੰਚ ਗਿਆ। ਤਾਂ ਮੈਂ ਆਪਣੀ ਨਾਨੀ ਦੇ ਘਰ ਜਦੋਂ ਪਹੁੰਚਿਆ, ਨਾਨੀ ਬਾਹਰ ਆਈ, ਮੈਂ ਸਤਿ ਸ਼੍ਰੀ ਅਕਾਲ ਪੈਰਾ ਪਾਉਣਾ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਤੁਹਾਨੂੰ ਮੈਂ ਮਿਲਣਾ 10 ਮਿੰਟ। ਆਪਾਂ ਉਹਨਾਂ ਦੇ ਅੰਦਰ ਗਏ, ਬੈਠੇ ਤੇ ਮੇਰੀ ਨਾਨੀ ਪਾਣੀ ਦਾ ਗਲਾਸ ਲੈ ਕੇ ਆਈ ਤੇ ਮੈਨੂੰ ਕਹਿੰਦੀ ਕਿ ਤੈਨੂੰ ਮੈਂ ਵੇਖਿਆ ਲੱਗਦਾ ਕਿਤੇ। ਤੇ ਮੇਰੀਆਂ ਅੱਖਾਂ ਉਦੋਂ ਭਰ ਗਈਆਂ ਕਿ ਸ਼ਾਇਦ ਮੇਰੀ ਇਹੋ ਨਾਨੀ ਆ। ਤਾਂ ਉਹਨੂੰ ਵੀ ਮੈਂ ਉਹੀ ਸੇਮ ਕੁਐਸਚਨ ਪੁੱਟ ਕੀਤੇ। ਮੈਂ ਕਿਹਾ ਵੀ ਤੁਹਾਡੇ ਕਿੰਨੇ ਬੱਚੇ ਆ? ਤੇ ਉਹਨਾਂ ਨੇ ਦੱਸਿਆ ਸਾਰਾ ਕੁਝ। ਪਹਿਲਾਂ ਤੇ ਉਹ ਥੋੜਾ ਘਬਰਾ ਗਏ ਕਿ ਇਹ ਸ਼ਾਇਦ ਮੈਨੂੰ ਕਿਉਂ ਪੁੱਛਦੇ ਪਏ ਆ, ਥੋੜਾ ਗੁੱਸੇ 'ਚ ਵੀ ਆਏ। ਤਾਂ ਫਿਰ ਹਾਰ ਕੇ ਉਹਨਾਂ ਨੇ ਦੱਸਿਆ ਕਿ ਹਾਂ 1 ਮੇਰੀ ਬੇਟੀ ਸੀ ਤੇ ਉਹਦਾ ਨਾਮ। ਤਾਂ ਜਦੋਂ ਉਹਨਾਂ ਨੇ ਦੱਸਿਆ ਕਿ ਉਹਦਾ ਨਾਮ ਸੋਨੂ ਸੀ ਤਾਂ ਮੈਂ ਉੱਠ ਕੇ ਉਸੇ ਟਾਈਮ ਖੜਾ ਹੋਇਆ ਕਿ ਮੈਂ ਆਪਣੀ ਦਾਦੀ ਦੇ ਗਲ ਰੱਖ ਕੇ ਰੋਇਆ। ਮੈਂ ਕਿਹਾ ਉਹ ਬਦਨਸੀਬ ਸੋਨੂ ਤੇਰੇ ਸਾਹਮਣੇ ਖੜਾ ਆ। ਤਾਂ ਉਹ ਨਾਨੀ ਦੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ, ਬਹੁਤ ਜ਼ਿਆਦਾ ਇਮੋਸ਼ਨਲ ਸੀਨ ਸੀ ਉਦੋਂ ਵੀ। ਤਾਂ ਉਸ ਤੋਂ ਬਾਅਦ ਮੈਂ ਮਿਲਣ ਤੋਂ ਬਾਅਦ ਫਿਰ ਮੇਰੇ ਸਾਰੇ ਪਰਿਵਾਰ ਜੋ ਉਹਨਾਂ ਨੇ ਦੱਸਿਆ ਕਿ ਤੇਰੀਆਂ 4 ਮਾਸੀਆਂ ਨੇ, 1 ਮਾਮਾ ਜੀ ਆ ਉਹ ਇੰਗਲੈਂਡ ਦੇ ਵਿੱਚ ਆ, ਜਿਨ੍ਹਾਂ ਨੂੰ ਮੈਂ ਸਾਰੀ ਉਮਰ ਮਿਸ ਕਰਦਾ ਕਿ ਸ਼ਾਇਦ ਮੇਰਾ ਵੀ ਕੋਈ ਮਾਮਾ ਸੀ। ਤੇ ਉਹਨਾਂ ਦੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਦੱਸੀ। ਫਿਰ ਉਹਨਾਂ ਨੇ ਕਿਹਾ ਸੀ ਤੇਰੀ ਮੰਮੀ ਨੂੰ ਮਿਲਾਉਣਾ ਆ, ਬਟ ਮੈਂ ਕਿਹਾ ਵੀ ਮੈਂ ਫੋਨ ਤੇ ਨਹੀਂ ਮਿਲ ਸਕਦਾ ਆਪਣੀ ਮਾਂ ਦੇ, ਇਦਾਂ ਦਰਸ਼ਨ ਨਹੀਂ ਕਰਨੇ। ਮੈਂ ਆਪਣੇ ਪਰਿਵਾਰ ਦੇ ਨਾਲ, ਆਪਣੇ ਮਿੱਤਰਾਂ ਦੇ ਨਾਲ ਆਵਾਂਗਾ ਦੁਬਾਰਾ। ਤਾਂ ਅਗਲੇ ਦਿਨ ਮੈਂ ਆਪਣੇ ਦੋਸਤਾਂ ਨੂੰ, ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਮਾਂ ਨੂੰ ਮਿਲਣ ਗਿਆ ਸੀਗਾ।
ਤੇ ਉਦੋਂ ਤੱਕ ਮੇਰੀ ਮਾਂ ਨੂੰ ਦੱਸਿਆ ਨਹੀਂ ਸੀ ਗਿਆ ਕਿ ਤੇਰਾ ਪੁੱਤ ਤੈਨੂੰ ਮਿਲਣ ਆ ਰਿਹਾ ਸਾ। ਤੇ ਬਾਕੀ ਉਹ ਸਾਰਾ ਸੀਨ ਜਿਹੜਾ ਤੁਸੀਂ ਦੇਖਿਆ ਉਹ ਤੁਹਾਡੇ ਸਾਹਮਣੇ ਸੀਗਾ। ਤੇ ਮੇਰੀ ਮਾਂ ਜਿਹੜੀ ਆ ਉਹਦੀ ਮੇਰੀ ਮਾਂ ਦੀ ਲੱਤ ਟੁੱਟੀ ਆ, ਉਹ ਤੁਰ ਨਹੀਂ ਸਕਦੀ ਵਾਕਰ ਨਾਲ, ਉਹਨੇ ਬੜੇ ਦੁੱਖ ਸਹੇ ਨੇ। ਮੈਨੂੰ ਗੁਰੂ ਸਾਹਿਬ ਨੇ ਬੜਾ ਕੁਝ ਬਖਸ਼ਿਸ਼ ਕੀਤਾ ਸੀਗਾ, ਪਰ ਅੱਜ ਮੈਨੂੰ ਮੇਰੀ ਮਾਂ 35 ਸਾਲਾਂ ਬਾਅਦ ਮਿਲੀ ਆ। ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰੇ ਕੋਲੋਂ ਮੇਰੀ ਮਾਂ ਦੀ ਜਿੰਨੀ ਸੇਵਾ ਹੋ ਸਕੇ ਉਹ ਕਰਵਾ ਦੀ। ਇਹ ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਮੇਰੀ ਲਾਈਫ ਦੀ ਬਹੁਤ ਇੱਕ ਦਰਦ ਭਰੀ ਸਟੋਰੀ ਸੀ, ਜਿਹਨੂੰ ਸੁਣ ਕੇ ਸ਼ਾਇਦ ਤੁਹਾਨੂੰ ਵੀ ਲੱਗੇ ਕਿ ਇਹ ਬੜੀ ਇਮੋਸ਼ਨਲ ਸਟੋਰੀ ਆ। ਤੇ ਮੈਂ ਸਾਰਿਆਂ ਅੱਗੇ ਅਰਦਾਸ ਕਰਦਾ, ਜਿਉਂਦੇ ਵਸਦੇ ਰਹੋ, ਕਦੇ ਵੀ ਕਿਸੇ ਮਾਂ ਦਾ ਵਿਛੋੜਾ ਆਪਣੇ ਪੁੱਤ ਨਾਲੋਂ ਮੇਰੇ ਜਿੰਨਾ ਨਾ ਪਵੇ। ਕਿਉਂਕਿ ਸਰਦਾਰ ਮੁਹੰਮਦ ਵੀ ਆਪਣੀ ਮਾਂ ਨੂੰ ਜਾ ਕੇ ਬਾਹਰ ਮਿਲ ਗਿਆ ਸੀਗਾ, ਬਹੁਤ 15 ਸਾਲਾਂ ਬਾਅਦ ਆਪਣੀ ਮਾਂ ਨੂੰ ਦੁਬਾਰਾ ਮਿਲ ਕੇ, ਪਰ ਮੇਰਾ ਤੇ ਮਹਾਰਾਜ ਨੇ ਬਨਵਾਸ ਵੀ ਡਬਲ ਕਰਤਾ ਸੀ। ਗੁਰੂ ਸਾਹਿਬ ਕਿਰਪਾ ਕਰਨ, ਸਾਰੇ ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਹੋ ਗਏ ਨਾ ਹੈਰਾਨ? ਇਹ ਚਮਤਕਾਰ ਕਿਵੇਂ ਹੋਇਆ? ਉਹ ਇਹ ਚਮਤਕਾਰ ਕੀਤਾ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ। ਹਾਂ, ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗਰੀਸ ਬਣਾਤੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੀ ਦਰਦ ਮਿਟਾਤੀ। ਆ ਦੇਖੋ, ਬਿਨਾਂ ਆਪਰੇਸ਼ਨ ਗੋਡਿਆਂ ਦੀ ਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ, ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ।